ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਸਤਨਾਮ ਸ੍ਰੀ ਵਾਹਿਗੁਰੂ। ਜੈਤ ਸਰੀ ਮਹੱਲਾ ਨੌਵਾਂ। ਇਕ ਓੰਕਾਰ ਸਤਿਗੁਰ ਪ੍ਰਸਾਦ। ਭੂਲਿਓ ਮਨ ਮਾਇਆ ਉਰਜਾਇਓ, ਜੋ ਜੋ ਕਰਮ ਕੀਓ ਲਾਲਚ ਲਗ, ਤਿਹ ਤਿਹ ਆਪ ਬੰਧਾਇਓ। ਭੂਲਿਓ ਮਨ ਮਾਇਆ ਉਰਜਾਇਓ, ਜੋ ਜੋ ਕਰਮ ਕੀਓ ਲਾਲਚ ਲਗ, ਤਿਹ ਤਿਹ ਆਪ ਬੰਧਾਇਓ। ਰਹਾਉ ਸਮਝ ਨਾ ਪਰੀ ਬਿਖੈ ਰਸ ਰਚਿਓ, ਜਸ ਹਰਿ ਕੋ ਬਿਸਰਾਇਓ। ਸੰਗ ਸੁਆਮੀ ਸੋ ਜਾਣਿਓ ਨਾਹਿਨ, ਬਨ ਖੋਜਨ ਕਉ ਧਾਇਓ। ਰਤਨ ਰਾਮ ਘਟ ਹੀ ਕੇ ਭੀਤਰ, ਤਾਕੋ ਗਿਆਨ ਨ ਪਾਇਓ। ਜਨ ਨਾਨਕ ਭਗਵੰਤ ਭਜਨ ਬਿਨ, ਬਿਰਥਾ ਜਨਮ ਗਵਾਇਓ। ਰਤਨ ਰਾਮ ਘਟ ਹੀ ਕੇ ਭੀਤਰ, ਤਾਕੋ ਗਿਆਨ ਨ ਪਾਇਓ। ਜਨ ਨਾਨਕ ਭਗਵੰਤ ਭਜਨ ਬਿਨ, ਬਿਰਥਾ ਜਨਮ ਗਵਾਇਓ। ਸਾਰੀ ਸੰਗਤ ਕਿਰਪਾ ਦਇਆ ਮਿਹਰ ਕਰਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ। ਜੈਤ ਸਰੀ ਮਹੱਲਾ ਨੌਵਾਂ। ਇਕ ਓੰਕਾਰ ਸਤਿਗੁਰ ਪ੍ਰਸਾਦ। ਜੈਤ ਸਰੀ ਰਾਗ ਦੇ ਵਿੱਚ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਕਥਨ ਕਰਦੇ ਨੇ। ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕਲੂ ਮਹਿ ਸਾਕਾ। ਸਾਧਨ ਹੇਤ ਇਤੀ ਜਿਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ। ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਹਿੰਦ ਦੀ ਚਾਦਰ ਇਹਨਾਂ ਨੂੰ ਇਸ ਕਰਕੇ ਕਹਿੰਦੇ ਨੇ, ਇਹਨਾਂ ਨੇ ਹਿੰਦ ਦਾ ਧਰਮ ਰੱਖਿਆ। ਧਰਮ ਬਿਨਾਂ ਅਵਤਾਰ ਦੇ ਕੋਈ ਨਹੀਂ ਰੱਖ ਸਕਦਾ, ਕਾਰਕ ਵੀ ਨਹੀਂ ਰੱਖ ਸਕਦਾ। ਇਹ ਗੁਰੂ ਅਵਤਾਰ ਸੀ। ਗੁਰੂਆਂ ਦਾ ਇਹੀ ਅਸਲੀ ਧਰਮ ਹੈ, ਧਰਮ ਦੀ ਰੱਖਿਆ ਕਰਨਾ। ਕਿਉਂ? ਗੁਰੂ ਜੋ ਹੋਏ, ਇਸ ਕਰਕੇ ਉਹਨਾਂ ਨੇ ਧਰਮ ਦੀ ਰੱਖਿਆ ਕੀਤੀ। ਸਾਧਨ ਹੇਤ ਇਤੀ ਜਿਨ ਕਰੀ। ਧਰਮੀ ਲੋਕਾਂ ਵਾਸਤੇ ਉਹਨਾਂ ਨੇ ਸਰੀਰ ਲਾ ਦਿੱਤਾ। ਇਉਂ ਵੀ ਲਾਉਂਦੇ ਨੇ ਕਿ ਉਹਨਾਂ ਨੇ ਬੜਾ ਸਾਧਨ ਕੀਤਾ। ਮੇਰੇ ਸਤਿਗੁਰੂ ਜਾਂਦੇ ਥੇ ਬਾਬੇ ਬਕਾਲੇ, ਮੈਂ ਉਹਨਾਂ ਨੂੰ ਮੱਥਾ ਟੇਕਣ ਗਿਆ। ਉਹਨਾਂ ਆਖਿਆ ਚੱਲ ਚੱਲੀਏ। ਮੈਂ ਵੀ ਬਹਿ ਗਿਆ। ਉਹਦੇ 'ਚ ਭਾਈ ਕਾਹਨ ਸਿੰਘ ਨਾਭੇ ਵਾਲੇ ਤੇ ਭਾਈ ਅਰਜਨ ਸਿੰਘ ਬਾਗੜੀਆਂ ਵਾਲੇ, ਇੱਕ ਮੋਟਰ ਉਹਨਾਂ ਦੀ ਸੀ ਤੇ ਇੱਕ ਮੋਟਰ ਮਹਾਰਾਜ ਦੀ ਸੀ।
ਜਦ ਉੱਥੇ ਜਾ ਕੇ ਦੇਖਿਆ, ਮੈਨੂੰ ਕਾਹਨ ਸਿੰਘ ਕਹਿੰਦਾ, ਭਈ ਮਿਣ ਕੇ ਤਾਂ ਦੇਖ, ਜਿੰਨੀ ਗੁਫਾ ਚਾਹੀਦੀ ਹੈ ਓਨੀ ਹੈ ਕਿ ਵੱਧ ਘੱਟ ਹੈ। ਮੈਂ ਆਖਿਆ ਵੀ ਠੀਕ ਹੈ। ਉਹ ਕਹਿੰਦਾ ਇੰਨੀ ਕੁ ਗੁਫਾ ਦੇ ਵਿੱਚ ਹੀ ਆਦਮੀ ਤਪ ਕਰ ਸਕਦਾ, ਬਹੁਤਾ ਪੈ ਵੀ ਨਹੀਂ ਸਕਦਾ। ਇਸ ਕਰਕੇ ਉਹਨਾਂ ਨੇ ਬੜਾ ਭਾਰੀ ਤਪ ਕੀਤਾ। ਉਸ ਤਪ ਦੀ ਮਰਿਆਦਾ ਦਾ ਪੂਰਾ ਕੰਮ ਕੀਤਾ, ਧਰਮ ਦੀ ਰੱਖਿਆ ਕੀਤੀ, ਤਿਲਕ ਜੰਜੂ ਦੀ ਰਾਖੀ ਕਿਸੇ ਹੋਰ ਤੇ ਨਾ ਹੋਈ, ਉਹਨਾਂ ਨੂੰ ਹੀ ਕਰਨੀ ਪਈ। ਉਸ ਗੁਰੂ ਸਾਹਿਬ ਦਾ ਇਹ ਸ਼ਬਦ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਬਈ ਇੱਕ ਜੋ ਪਰਮੇਸ਼ਰ ਹੈ ਉਹ ਸਤਿਗੁਰੂ ਦੀ ਕਿਰਪਾ ਤੇ ਹੀ ਪ੍ਰਾਪਤ ਹੁੰਦਾ ਹੈ, ਹੋਰ ਕੋਈ ਹੀਲਾ ਨਹੀਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਜੋ ਪਰਮੇਸ਼ਰ ਹੈ ਉਹ ਸਤਿਗੁਰੂ ਦੀ ਕਿਰਪਾ ਤੇ ਹੀ ਪ੍ਰਾਪਤ ਹੁੰਦਾ, ਹੋਰ ਕੋਈ ਹੀਲਾ ਨਹੀਂ, ਹੋਰ ਕੋਈ ਰਸਤਾ ਨਹੀਂ। ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਪੁੱਛੋ ਬਰਮੇ ਨਾਰਦੈ ਵੇਦ ਬਿਆਸੈ ਕੋਏ। ਤੁਸੀਂ ਉਹਨਾਂ ਨੂੰ ਜਾ ਕੇ ਪੁੱਛ ਲਓ ਜੇ ਤੁਹਾਨੂੰ ਸ਼ੱਕ ਹੈ। ਪੂਰਨ ਗੁਰੂ ਬਿਨਾ ਗਿਆਨ ਨਹੀਂ ਹੁੰਦਾ। ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਪੂਰਨ ਗੁਰੂ ਬਿਨਾ ਗਿਆਨ ਨਹੀਂ ਹੁੰਦਾ। ਗਿਆਨ ਬਿਨਾ ਮੋਕਸ਼ ਨਹੀਂ ਹੁੰਦੀ ਹੈ। ਪੂਰਨ ਗੁਰੂ ਬਿਨਾ ਗਿਆਨ ਨਹੀਂ ਹੁੰਦਾ ਤੇ ਗਿਆਨ ਬਿਨਾ ਮੋਕਸ਼ ਨਹੀਂ ਹੁੰਦੀ। ਭੁੱਲਿਓ ਮਨ ਮਾਇਆ ਉਰਝਾਇਓ, ਇਹ ਮਨ ਭੁੱਲ ਗਿਆ, ਉਲਝ ਗਿਆ। ਕੀ ਉਲਝ ਗਿਆ? ਅਵਿਦਿਆ ਬਿਰਤੀ ਹੁੰਦੀ ਹੈ, ਇੱਕ ਵਿਦਿਆ ਬਿਰਤੀ ਹੁੰਦੀ ਹੈ। ਅਵਿਦਿਆ ਬਿਰਤੀ ਇਹ ਹੁੰਦੀ ਹੈ ਬਈ ਬਿਰਤੀ ਤੇ ਬਿਰਤੀ ਦਾ ਸਾਖੀ ਜੋ ਚੇਤਨ ਹੈ ਉਹਨਾਂ ਨੂੰ ਉਹ ਦੋ ਨਹੀਂ ਜਾਣਦਾ। ਅਵਿਦਿਆ ਬਿਰਤੀ ਇਹ ਹੁੰਦੀ ਹੈ ਬਈ ਬਿਰਤੀ ਤੇ ਬਿਰਤੀ ਦਾ ਸਾਖੀ ਜੋ ਚੇਤਨ ਹੈ ਉਹਨਾਂ ਨੂੰ ਉਹ ਦੋ ਨਹੀਂ ਜਾਣਦਾ। ਜੇ ਉਹ ਦੋ ਜਾਣ ਜਾਏ ਤਾਂ ਬਿਰਤੀ ਤਾਂ ਜੜ ਹੈ, ਇਹ ਚੇਤਨ ਹੈ। ਜੜ ਚੇਤਨ ਦਾ ਤਾਂ ਸੰਬੰਧ ਹੀ ਨਹੀਂ ਆਪਸ ਵਿੱਚ। ਇਹਦੀ ਭੁੱਲ ਨੇ ਇੱਕ ਐਸੀ ਭੁੱਲ ਪਾਈ, ਇਹ ਭੁੱਲਿਆ ਹੀ ਚਲਿਆ ਗਿਆ। ਇਹਦੀ ਭੁੱਲ ਨੇ ਇੱਕ ਐਸੀ ਭੁੱਲ ਪਾਈ, ਇਹ ਭੁੱਲਿਆ ਹੀ ਚਲਿਆ ਗਿਆ। ਉਹ ਜੜ ਚੇਤਨ ਦੀ ਭੁੱਲ ਐਸੀ ਪਈ ਕਿ ਇਹਨੂੰ ਇਹ ਨਾ ਪਤਾ ਲੱਗਿਆ ਕਿ ਮੈਂ ਚੇਤਨ ਸਾਖੀ ਹਾਂ। ਜੜ ਚੇਤਨ ਦੀ ਭੁੱਲ ਐਸੀ ਪਈ, ਇਹਨੂੰ ਇਹ ਨਾ ਪਤਾ ਲੱਗਿਆ ਕਿ ਮੈਂ ਚੇਤਨ ਸਾਖੀ ਹਾਂ। ਬਿਰਤੀ ਦ੍ਰਿਸ਼ ਹੈ, ਚਾਹੇ ਰਜੋ ਸਤੋ ਤਮੋ ਕਿਸੇ ਦੀ ਵੀ ਹੈ ਤਾਂ ਗੁਣਾਂ ਦੀ, ਪ੍ਰਕਿਰਤੀ ਦੀ, ਤੇ ਪ੍ਰਕਿਰਤੀ ਦਾ ਜੜ ਤੇ ਮੈਂ ਚੇਤਨ ਹਾਂ, ਕੋਈ ਸੰਬੰਧ ਨਹੀਂ। ਅਸੰਗੋ ਹੈ ਪੁਰਸ਼ਾ ਅਸੰਗੋ ਨਾਹੀ ਸੱਜਤੇ, ਅਸੰਗ ਹੈ ਪੁਰਸ਼ ਉਹ ਨਿਰਾਕਾਰ ਅਸੰਗ ਹੈ, ਨਹੀਂ ਕਦੇ ਸੰਬੰਧ ਵਾਲਾ ਹੋਇਆ ਅੱਜ ਤੱਕ। ਇਹ ਦੋ ਹੀ ਸੁਰਤੀਆਂ ਨੇ, ਇਸ ਕਰਕੇ ਇਹਨੂੰ ਪਤਾ ਨਾ ਲੱਗਿਆ। ਜੜ ਚੇਤਨ ਦਾ ਜਿਹੜਾ ਭੇਦ ਕਰਨਾ ਸੀ ਉਹ ਇਹ ਤੋਂ ਭੇਦ ਨਾ ਹੋਇਆ। ਜੜ ਚੇਤਨ ਦਾ ਜਿਹੜਾ ਭੇਦ ਕਰਨਾ ਸੀ ਉਹ ਇਹ ਤੋਂ ਭੇਦ ਨਾ ਹੋਇਆ। ਇਹ ਉਸ ਦੀਆਂ ਜਿਹੜੀਆਂ ਇੰਦਰੀਆਂ ਸੀ, ਮਨ ਬੁੱਧੀ ਸੀ, ਉਹ ਵਿਸ਼ਿਆਂ ਨਾਲ ਮਿਲ ਗਈਆਂ। ਇਹ ਉਸ ਦੀਆਂ ਜਿਹੜੀਆਂ ਇੰਦਰੀਆਂ ਸੀ, ਮਨ ਬੁੱਧੀ ਸੀ, ਉਹ ਵਿਸ਼ਿਆਂ ਨਾਲ ਮਿਲ ਗਈਆਂ। ਇਹਨੂੰ ਆਪ ਵੀ ਨਾ ਪਤਾ ਲੱਗਿਆ ਕਿ ਮੈਂ ਕੌਣ ਹਾਂ।
ਇਹਨੂੰ ਆਪ ਵੀ ਨਾ ਪਤਾ ਲੱਗਿਆ ਕਿ ਮੈਂ ਕੌਣ ਹਾਂ। ਇਹਨੇ ਮਿਲਿਆ ਜਿਹਾ ਹੀ ਸਮਝ ਲਿਆ, ਪਰ ਮਿਲਿਆ ਤਾਂ ਹੈ ਨਹੀਂ। ਪਰ ਮਿਲਿਆ ਜੈਸਾ ਹੋ ਗਿਆ, ਇਹਦਾ ਨਾਮ ਅਵਿਦਿਆ ਬਿਰਤੀ ਹੈ। ਇਹਨੇ ਮਿਲਿਆ ਜਿਹਾ ਸਮਝ ਲਿਆ, ਪਰ ਮਿਲਿਆ ਤਾਂ ਹੈ ਨਹੀਂ। ਪਰ ਮਿਲਿਆ ਜੈਸਾ ਹੋ ਗਿਆ, ਇਹਦਾ ਨਾਮ ਅਵਿਦਿਆ ਬਿਰਤੀ ਹੈ। ਇਹ ਭੁੱਲ ਗਿਆ। ਤੇ ਜਦ ਇਹਨੂੰ ਕੋਈ ਸਤਸੰਗ ਪ੍ਰਾਪਤ ਹੋ ਗਿਆ ਤਾਂ ਇਹਨੂੰ ਵਿਵੇਕ ਹੋ ਜੂ। ਜਦ ਇਹਨੂੰ ਕੋਈ ਸਤਸੰਗ ਪ੍ਰਾਪਤ ਹੋ ਗਿਆ ਤਾਂ ਇਹਨੂੰ ਵਿਵੇਕ ਹੋ ਜੂ। ਇੱਕ ਕਬੀਰ ਪੰਥੀਆ ਸਾਡੇ ਨਾਲ ਸੀ। 1 ਘੰਟਾ ਉਹ ਦ੍ਰਿਸ਼ਟਾ ਦ੍ਰਿਸ਼ ਤੇ ਲਾਉਂਦਾ ਹੁੰਦਾ ਸੀ, ਅਲੈਦਾ ਕਰਨ 'ਚ ਵਿਵੇਕ ਕਰਦਾ ਸੀ। ਉਸ ਨੂੰ ਮੈਂ ਆਖਿਆ ਵੀ ਤੂੰ ਇਹਨਾਂ ਨਾਲ ਕੋਈ ਗੱਲ ਕਰ। ਉਹ ਕਰਨ ਲੱਗ ਗਿਆ। ਉਹ ਗੁੱਸੇ ਹੋ ਗਏ। ਉਹ ਕਹਿੰਦਾ ਮੈਂ ਨਹੀਂ ਤੁਹਾਡੇ ਨਾਲ ਗੱਲ ਕਰਦਾ। ਉਹ ਕਹਿੰਦੇ ਕਿਉਂ? ਕਹਿੰਦਾ ਤੁਹਾਨੂੰ ਵਿਵੇਕ ਨਹੀਂ। ਤੁਹਾਨੂੰ ਤਾਂ ਵਿਵੇਕ ਹੀ ਨਹੀਂ। ਜਿਹਨੂੰ ਵਿਵੇਕ ਨਾ ਹੋਵੇ ਉਹਨੂੰ ਉਪਦੇਸ਼ ਦੇਣਾ, ਗੱਲ ਕਰਨੀ ਗਲਤ ਹੁੰਦੀ ਹੈ। ਜਿਹਨੂੰ ਵਿਵੇਕ ਨਾ ਹੋਵੇ, ਸਤ ਸਤ ਦਾ ਸਤ ਕੀ ਹੈ, ਸਤ ਕੀ ਹੈ, ਜੜ ਕੀ ਹੈ, ਚੇਤਨ ਕੀ ਹੈ। ਤੇ ਜਿਹਨੂੰ ਇਹ ਵਿਵੇਕ ਨਾ ਹੋਵੇ ਉਹਨੂੰ ਉਪਦੇਸ਼ ਦੇਣਾ, ਗੱਲ ਕਰਨੀ ਗਲਤ ਹੁੰਦੀ ਹੈ। ਜਾਂ ਤਾਂ ਪਹਿਲੇ ਵਿਵੇਕ ਹੋਵੇ। ਤੇ ਵਿਵੇਕ ਕੀ ਹੈ? ਉਹ ਜੜ ਚੇਤਨ ਨੂੰ ਭਿੰਨ ਭਿੰਨ ਮੰਨਣਾ। ਵਿਵੇਕ ਕੀ ਹੈ? ਜੜ ਚੇਤਨ ਨੂੰ ਭਿੰਨ ਭਿੰਨ ਮੰਨਣਾ। ਵੀ ਮੈਂ ਚੇਤਨ ਸਾਖੀ, ਸਾਰੀਆਂ ਬਿਰਤੀਆਂ ਦਾ ਸਾਖੀ ਦ੍ਰਸ਼ਟਾ। ਮੈਂ ਚੇਤਨ ਸਾਖੀ, ਸਾਰੀਆਂ ਬਿਰਤੀਆਂ ਦਾ ਸਾਖੀ ਦ੍ਰਸ਼ਟਾ ਹਾਂ। ਜਿੰਨੀਆਂ ਵੀ ਬਿਰਤੀਆਂ ਨੇ, ਜਿੰਨੇ ਵੀ ਖਿਆਲ ਨੇ, ਜਿੰਨੀਆਂ ਵੀ ਇੱਛਾ ਵਾਸ਼ਨਾਵਾਂ ਨੇ, ਸਭ ਸਾਖੀ ਦੇ ਅੱਗੇ ਦੀ ਲੰਘਦੀਆਂ ਨੇ। ਜਿੰਨੀਆਂ ਵੀ ਬਿਰਤੀਆਂ ਨੇ, ਜਿੰਨੇ ਵੀ ਖਿਆਲ ਨੇ, ਜਿੰਨੀਆਂ ਵੀ ਇੱਛਾ ਵਾਸ਼ਨਾਵਾਂ ਨੇ, ਸਭ ਸਾਖੀ ਦੇ ਅੱਗੇ ਦੀ ਲੰਘਦੀਆਂ ਨੇ। ਤੁਸੀਂ ਆਪਣੇ ਅੰਦਰ ਵੀ ਦੇਖ ਲਓ। ਇੱਕ ਦੇਖੀ ਹੀ ਜਾਏਗਾ ਤੇ ਉਹ ਲੰਘੀ ਜਾਣਗੇ। ਜੇ ਥੋੜਾ ਜਿਹਾ ਚਿਰ ਉਹ ਨਾਮ ਨਾਲ ਜੁੜੇਗਾ, ਉਹ ਫੇਰ ਉਹਨੂੰ ਪੁੱਟ ਕੇ ਲੈ ਜਾਊਗਾ। ਜੇ ਥੋੜਾ ਜਿਹਾ ਚਿਰ ਇਹ ਨਾਮ ਨਾਲ ਜੁੜੇਗਾ, ਉਹ ਫੇਰ ਉਹਨੂੰ ਪੁੱਟ ਕੇ ਲੈ ਜਾਊਗਾ। ਖਿਆਲ ਬਿਰਤੀ ਕਿਉਂ? ਉਹ ਨਾਮ ਵੱਲ ਨੂੰ ਚੱਲਿਆ, ਦੂਸਰਾ ਖਿਆਲ ਆ ਗਿਆ, ਇੱਧਰ ਲੈ ਗਿਆ। ਫਿਰ ਉਹਨੇ ਮਨ ਨੂੰ ਰੋਕਿਆ, ਫਿਰ ਖਿਆਲ ਨੂੰ ਰੋਕਣ ਲੱਗਿਆ, ਫਿਰ ਦੂਆ ਖਿਆਲ ਆ ਗਿਆ, ਫਿਰ ਹੋਰ ਖਿਆਲ ਆ ਗਿਆ, ਫਿਰ ਤੀਆ ਖਿਆਲ ਆ ਗਿਆ। ਉਹ ਇਹਦੇ ਹੀ ਚੱਲ ਪਿਆ ਖਿਆਲਾਂ ਵਾਲੇ ਪਾਸੇ। ਇਸ ਕਰਕੇ ਜਦ ਇਸ ਨੂੰ ਜੜ ਔਰ ਚੇਤਨ ਦਾ ਵਿਵੇਕ ਹੋ ਜਾਊ ਕਿ ਮੈਂ ਚੇਤਨ ਹਾਂ, ਸਾਖੀ ਹਾਂ, ਸਾਰੀਆਂ ਬਿਰਤੀਆਂ ਦਾ ਦ੍ਰਿਸ਼ਟਾ ਹਾਂ, ਦੇਖਣੇ ਵਾਲਾ, ਪਾਰਖ ਹਾਂ, ਪਰਖਣੇ ਵਾਲਾ, ਫਿਰ ਇਹਨੂੰ ਕਿਤੇ ਇਹ ਵੀ ਆ ਜਾਊ ਕਿ ਮੈਂ ਵਿਆਪਕ ਵੀ ਹਾਂ। ਤਦ ਇਹਨੂੰ ਇਹ ਜੜ ਚੇਤਨ ਦਾ ਵਿਵੇਕ ਜਦ ਹੋ ਜਾਊ ਕਿ ਮੈਂ ਚੇਤਨ ਹਾਂ, ਸਾਖੀ ਹਾਂ, ਸਾਰੀਆਂ ਬਿਰਤੀਆਂ ਦਾ ਦ੍ਰਿਸ਼ਟਾ ਹਾਂ, ਕਿ ਮੈਂ ਬਿਰਤੀਆਂ ਨੂੰ ਦੇਖਣੇ ਵਾਲਾ ਹਾਂ, ਪਾਰਖ ਹਾਂ, ਬਿਰਤੀਆਂ ਨੂੰ ਪਰਖਣੇ ਵਾਲਾ ਹਾਂ। ਫਿਰ ਇਹਨੂੰ ਕਿਤੇ ਇਹ ਵੀ ਆ ਜਾਊ ਕਿ ਮੈਂ ਵਿਆਪਕ ਵੀ ਹਾਂ। ਇਸ ਕਰਕੇ ਜਦ ਇਹਨੂੰ ਇਹ ਅਕਲ ਆਏਗੀ, ਜਦ ਇਹਨੂੰ ਇਹ ਵਿਵੇਕ ਹੋਏਗਾ ਕਿ ਜੜ ਜੜ ਹੀ ਹੈ ਤੇ ਚੇਤਨ ਚੇਤਨ ਹੀ ਹੈ, ਦ੍ਰਸ਼ਟਾ ਦ੍ਰਸ਼ਟਾ ਹੀ ਰਹੇਗਾ, ਦ੍ਰਿਸ਼ ਦ੍ਰਿਸ਼ ਹੀ ਰਹੇਗਾ, ਸਤ ਸਤ ਹੀ ਰਹੇਗਾ, ਅਸਤ ਅਸਤ ਹੀ ਰਹੇਗਾ। ਇਹ ਫਿਰ ਮਿਲ ਨਹੀਂ ਸਕਦੇ। ਪਰ ਵਿਵੇਕ ਵੀ ਤਾਂ ਇੱਕ ਬਿਰਤੀ ਹੈ। ਵਿਵੇਕ ਵੀ ਤਾਂ ਇੱਕ ਬਿਰਤੀ ਹੈ, ਅਵਿਦਿਆ ਦੀ ਬਿਰਤੀ। ਭੁੱਲ, ਜਿਹਨੂੰ ਭੁੱਲ ਕਹਿੰਦੇ ਨੇ,
क्यों आया ना, भूलियो मन माया उलझायो, है ना। जे भुलिया है तां ही माया ने उलझाया है। गुरु साहब कहते भूलियो मन माया उलझायो, भी जे भुलिया है तां ही माया ने उलझाया। ते भुलाउण वाली भी इहदे मन नूं माया ही है। इस करके जद इहनूं जड़ चेतन का पता लग गया तो वह भी तो एक बिरती है। जद इहनूं जड़ चेतन का पता लग गया वह भी तो एक बिरती है। इनू ये पता लग गया कि जड़ मिथ्या है, चेतन सत्य है। चेतन ज्ञान है, ये अज्ञान है। वो नित्य है, ये अनित्य है। इनू सारा निर्णय हो गया, विवेक हो जाओ। पर विवेक भी तो एक बिरती है, अविद्या भी एक बिरती है। वो विवेक बिरती ने अविद्या बिरती का नाश करना है। विवेक भी एक बिरती है ते अविद्या भी एक बिरती है। पर वो विवेक बिरती ने अविद्या बिरती का नाश करना है। पर वो जिहड़ी विद्या बिरती है, जिहड़ी विद्या बिरती है, वो जिहड़ा चेतन है विद्या बिरती वाला विद्यमान, ये आप है। विद्या बिरती दे विच बैठा, विद्या बिरती नूं देखने जानने वाला दृष्टा, ये आप है। विद्या बिरती दे विच बैठा, विद्या बिरती नूं देखने जानने वाला दृष्टा, ये आप है। आप ही निराकार है, असंग है, निर्विकार है। ते निर्विकार एक चेतन ही है। निर्विकार एक चेतन ही है। होर दुनिया की कोई निर्विकार वस्तु थानू नहीं मिलेगी। निर्विकारता एक चेतन है। होर दुनिया की कोई निर्विकार वस्तु थानू नहीं मिलेगी। क्यों? जड़ वस्तुआं ने सारियां, इस करके वो निर्विकार है। ये प्रकृति है, प्रकृति जड़ है। इस करके उस बिरती वाला विद्यमान ये चेतन है। उस बिरती वाला विवेक बिरती वाला विद्यमान ये चेतन है। जब अपने आप का इनू ज्ञान हो गया, वो नित अपरोक्ष है। जब अपने आप का इनू ज्ञान हो गया, वो नित अपरोक्ष है। कदे वो ढकिया नहीं गया, कदे लुकिया नहीं। दाना बीना साई मैंडा, नानक सहार ना जाना तेरी। दाना बीना साई मैंडा, नानक सहार ना जाना तेरी। वो दाना बीना साई ही मालक है। वो साई आप ही सब दे अंदर साक्षी रूप में विराजमान है। वो है विद्यमान, वो है चेतन। इत्थे आके इसकी भुल निकल गई। भूलियो मन माया उलझायो। गुरु साहब कहते भूलियो मन माया उलझायो। माया ने इस मन नूं भुला के उलझा लिया। माया ने इस मन नूं भुला के ते उलझा लिया। इनू यही पता ना लग्या कि मैं कौन हाँ। इनू ये तो नहीं पता मैं कौन हाँ, मिथ्या कौन है, सत कौन है, असत कौन है, असली कौन है, नकली कौन है, नित्य कौन है, अनित्य कौन है। इनू ये तो नहीं पता। इस माया दे विच इहदा मन उलझ गया। इस माया दे विच इहदा मन उलझ गया। ते मन भी तो एक बिरती है। इहदी बिरती क्यों उलझ गई? इहदी बिरती क्यों उलझ गई?
जो जो कर्म कियो लालच लग, तेह तेह आप बंधायो रहो। जो भी इसने सकाम कर्म किया, लालच वास्ते किया। जो भी इसने सकाम कर्म किया वो लालच वास्ते किया। जो जो कर्म कियो लालच लग, तेह तेह आप बंधायो, तो वो फिर आप ही बच गया। गुरु साहब ने साफ लिखा है, कर्मा ऊपर निबड़ै जे लोचै सब कोय। कर्मा ऊपर निबड़ै जे लोचै सब कोय, निबड़ू कर्मा ते चाहे कोई कुछ कहे। ਇਹਦੇ ਕਰਮਾਂ ਤੇ ਇਹਦਾ ਨਵੇੜਾ ਹੋਣਾ, ਇਹਦੇ ਕਰਮਾਂ ਤੇ ਇਹਦਾ ਨਵੇੜਾ ਹੋਣਾ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਇਹ ਤਾਂ ਕਰਮਾਂ ਦਾ ਖੇਤ ਹੈ। ਕਰਮ ਦੋ ਪ੍ਰਕਾਰ ਦੇ ਲਿਖੇ ਨੇ, ਇੱਕ ਵਿਧੀ ਇੱਕ ਨਿਸ਼ੇਧ। ਉਹ ਵਿਧੀ ਚਾਰ ਪ੍ਰਕਾਰ ਦੇ ਲਿਖੇ ਨੇ, ਨਿਤ, ਨਮਿਤ, ਪ੍ਰਾਸ਼ਚਿਤ ਤੇ ਕਾਮਯ। ਕਾਮਨਾ ਕਰਕੇ ਕਰਨਾ। ਜੋ ਵੀ ਕਾਮਨਾ ਕਰਕੇ ਕਰਮ ਕਰੇਗਾ, ਉਸ ਦਾ ਭੋਗ ਤਾਂ ਇਸੇ ਨੂੰ ਮੰਨਣਾ ਪੈਣਾ। ਜੋ ਵੀ ਕਾਮਨਾ ਕਰਕੇ ਕਰਮ ਕਰੇਗਾ, ਉਸ ਦਾ ਭੋਗ ਤਾਂ ਇਸੇ ਨੂੰ ਮੰਨਣਾ ਪੈਣਾ। ਇਹਨੂੰ ਗਿਆਨ ਨਹੀਂ ਹੋਏਗਾ। ਉਹ ਪ੍ਰਤੀਬੰਧਕ ਨੇ ਕਰਮ। ਕਰਮਾਂ ਦੀ ਨਿਵਰਤੀ ਤੇ ਗਿਆਨ ਹੋਣਾ ਹੈ। ਕਰਮਾਂ ਦੀ ਨਿਵਰਤੀ ਤੇ ਗਿਆਨ ਹੋਣਾ। ਉਹ ਗਿਆਨ ਨੇ ਕਰਮਾਂ ਦੀ ਨਿਵਰਤੀ ਕਰਨੀ ਹੈ। ਗਿਆਨ ਨੇ ਕਰਮ ਫੂਕਣੇ ਨੇ। ਇਸ ਕਰਕੇ ਜੋ ਜੋ ਵੀ ਇਹਨੇ ਕਰਮ ਕੀਏ, ਕਾਮਨਾ ਕਰਕੇ ਕਰੇ। ਪਰ ਸਾਰਿਆਂ ਨਾਲੋਂ ਅਸਲੀ ਕਰਮ ਤਾਂ ਇੱਕੋ ਹੀ ਸੀ। ਸਾਰਿਆਂ ਨਾਲੋਂ ਅਸਲੀ ਕਰਮ ਤਾਂ ਇੱਕੋ ਹੀ ਸੀ। ਕੌਣ? ਨਿਸ਼ਕਾਮ ਕਰਮ, ਨਿਸ਼ਕਾਮ ਸੇਵਾ। सेवा करत होए नेह कामी, तिसको होत प्रापत स्वामी। इसने जितने भी सेवा दे कर्म कीते, निष्काम कर्म कीते। कामना करके तो कोई नहीं कीता, तो फिर उन्हें फड़ेगा कौन? इसने जितने भी सेवा दे कर्म कीते, निष्काम कर्म कीते, कामना करके तो कोई नहीं कीता, तो फिर इन्हें फड़ेगा कौन? इन्हें बनू कौन? कर्म तो भाई कन्हैये ने भी किया। लड़ाई के पानी पियाया, बड़ा चिर पियाया, जिन्ना चिर उत्थे रहिंदे रहे, पर उन्होंने कर्म ने बनिया नहीं। क्यों? उसने भाई कन्हैये ने ईश्वर की, गुरु की सेवा की, उन्हें होर किसी की सेवा नहीं की। तो कर्म कैसे उन्होंने बनते? जे उहदा कर्म कामना करके सकाम कर्म हुंदा तां वो बच जांदा जन्म मरण दे विच। जे उसका कर्म कामना करके सकाम कर्म हुंदा तां वो बच जांदा जन्म मरण दे विच। निष्काम कर्म करके वो जन्म मरण च नहीं बचिया। निष्काम कर्म करो, ईश्वर अर्पण कर्म करो, गुरु अर्पण कर्म करो। समझ ना परी बिखै रस रचियो, जस हर को बिसरायो। समझ ना परी बिखै रस रचियो। जद विषयां दे विच दी बिरती रच गई, ਇਹਦੀਆਂ ਇੰਦਰੀਆਂ ਵੀ ਵਿਸ਼ੇ ਵਿਸ਼ੇਕ ਹੋਈਆਂ, ਇਹਦੀ ਮਨ ਬੁੱਧੀ ਵੀ ਵਿਸ਼ੇ ਵਿਸ਼ੇਕ ਹੋਈ। ਇਹਨੂੰ ਇਹ ਸਮਝਣਾ ਪਈ ਬਈ ਮੈਂ ਕੌਣ ਹਾਂ। ਇਹਦਾ ਚੇਤਨ ਸੀ, ਇਹਦਾ ਨਿਰਾਕਾਰ ਸੀ। ਨਿਰਾਕਾਰ ਅੱਜ ਤੱਕ ਬਚਿਆ ਤਾਂ ਹੈ ਨਹੀਂ ਕਦੇ, ਭੁਲੇਖਾ ਪੈਂਦਾ। ਇਸ ਕਰਕੇ ਉਹਨਾਂ ਵਿਸ਼ਿਆਂ ਦੇ ਰਸ ਨੂੰ ਇਹਨੇ ਸੱਚਾ ਮੰਨ ਲਿਆ। ਭੁਲੇਖੇ ਕਰਕੇ ਵਿਸ਼ਿਆਂ ਦੇ ਰਸ ਨੂੰ ਇਹਨੇ ਸੱਚਾ ਮੰਨ ਲਿਆ। ਇਹਨੂੰ ਸਮਝਣਾ ਪਈ
समझ परी तो बिसरियो गावन। कबीर सब कुछ कह के अखीर च कहंदा, कथनी बदनी कहन कहावन, समझ परी तो बिसरियो गावन। जद इहनूं समझ पै गई ਤਾਂ ਇਹਦਾ ਭਾਈ ਉਹ ਜਿਹੜਾ ਗਾਉਣ ਸੀ ਬੇਅਰਥ ਮਿਥਿਆ ਗਿਆਨ ਉਹ ਨਿਵਿਰਤ ਹੋ ਗਿਆ। ਸਮਝ ਪਰੀ ਤੋ ਬਿਸਰਿਓ ਗਾਵਨ। ਜਦ ਇਹਨੂੰ ਸਮਝ ਪੈ ਗਈ ਤਾਂ ਇਹਦਾ ਭਾਈ ਉਹ ਜਿਹੜਾ ਗਾਉਣ ਸੀ ਬੇਅਰਥ ਅਮਿਥਿਆ ਗਿਆਨ ਉਹ ਨਿਵਿਰਤ ਹੋ ਗਿਆ। ਪਰ ਉਹ ਯਥਾਰਥ ਗਿਆਨ ਤੇ ਮਿਥਿਆ ਗਿਆਨ ਨਿਵਿਰਤ ਹੋਏਗਾ। यथार्थ ज्ञान ते मिथ्या ज्ञान निवृत्त होएगा। जद इहनूं ये पता लग गया, नहीं दृष्टु दृष्टि ना लिप्यते। यथार्थ ज्ञान ते मिथ्या ज्ञान निवृत्त होएगा। जद इहनूं ये पता लग गया, नहीं दृष्टु दृष्टि ना लिप्यते, दृष्टा दी दृष्टि कदे लोप नहीं होई। ਇਹਨੂੰ ਤੁਸੀਂ ਖਿਆਲ ਨਾਲ ਸੋਚਿਓ ਵੀ ਉਹ ਕੌਣ ਹੈ। ਇਹਦੀਆਂ ਬਿਰਤੀਆਂ ਕਿੰਨੀਆਂ ਬਦਲਦੀਆਂ ਨੇ ਦਿਹਾੜੀਏ 'ਚ, ਪਰ ਜਿਹੜੀ ਉਹ ਦ੍ਰਿਸ਼ਟੀ ਚੇਤਨ ਦੇਖਣੇ ਵਾਲੀ ਉਹ ਸਾਰਿਆਂ ਦਾ ਨਿਰਣਾ ਕਰੀ ਜਾਂਦੀ ਹੈ ਕਿ ਪਹਿਲਾਂ ਮੇਰਾ ਆ ਸੰਕਲਪ ਸੀ, ਫਿਰ ਮੇਰਾ ਆ ਸੰਕਲਪ ਸੀ, ਫਿਰ ਮੈਂ ਸੰਕਲਪ ਕੀਤਾ ਹੀ ਨਹੀਂ। ਉਹਨਾਂ ਸਾਰਿਆਂ ਦਾ ਪ੍ਰਕਾਸ਼ਕ, ਸਾਰੀਆਂ ਬਿਰਤੀਆਂ ਦਾ ਪ੍ਰਕਾਸ਼ਕ ਚੇਤਨ ਸਾਖੀ ਆਤਮਾ ਦ੍ਰਸ਼ਟਾ ਉਹ ਕਦੇ ਨਹੀਂ ਬਦਲੇਗਾ। ਨਹੀਂ ਦ੍ਰਸ਼ਟੂ ਦ੍ਰਿਸ਼ਟੀ ਨਾ ਲਿਪਯਤੇ, ਦ੍ਰਸ਼ਟਾ ਦੀ ਦ੍ਰਿਸ਼ਟੀ ਕਦੇ ਲੋਪ ਨਹੀਂ ਹੁੰਦੀ। ਨਾ ਲਿਪਯਤੇ ਕਦੇ ਨਹੀਂ ਲੋਪ ਹੋਵੇਗੀ। ਪਰ ਉਹਨੂੰ ਨਹੀਂ ਭਾਲਿਆ ਇਹਨੇ। ਉਹ ਦ੍ਰਸ਼ਟਾ ਦੀ ਦ੍ਰਿਸ਼ਟੀ ਨੂੰ ਤਾਂ ਨਹੀਂ ਇਹਨੇ ਭਾਲਿਆ, ਨਹੀਂ ਇਹਨੇ ਲੱਭਿਆ। ਉਹ ਇਹਦਾ ਜਿਹੜਾ ਦ੍ਰਸ਼ਟਾ ਸੀ ਨਾ, ਦੇਖਣੇ ਵਾਲਾ ਬਿਰਤੀਆਂ ਨੂੰ, ਸਾਖੀ ਚੇਤਨ, ਉਹਨੂੰ ਨਹੀਂ ਭਾਲਿਆ ਇਹਨੇ। ਇਹ ਤਾਂ ਉਹ ਜਿਹੜੀਆਂ ਬਾਹਰਲੀਆਂ ਬਿਰਤੀਆਂ ਸਨ ਉਹਨਾਂ ਨਾਲ ਹੀ ਜੁੜਿਆ ਰਿਹਾ। ਇਹ ਤਾਂ ਜੀਵ ਜਿਹੜੀਆਂ ਬਾਹਰਲੀਆਂ ਬਿਰਤੀਆਂ ਸਨ ਉਹਨਾਂ ਨਾਲ ਹੀ ਜੁੜਿਆ ਰਿਹਾ। ਕਦੇ ਹੱਸਣ ਲੱਗ ਗਿਆ, ਕਦੇ ਰੋਣ ਲੱਗ ਗਿਆ, ਕਦੇ ਸ਼ੋਕ ਕਰਨ ਲੱਗ ਗਿਆ। ਉਹ ਜਿਹੋ ਜਿਹੀ ਬਿਰਤੀ ਆਈ ਉਹ ਜਿਹਾ ਹੀ ਹੋ ਗਿਆ। ਤੇ ਇਹਦਾ ਬਾਹਰ ਬਿਰਤੀ ਆ, ਇਹਦਾ ਬਾਹਰ ਬਿਰਤੀ ਹੈ ਨਾ। ਪਰ ਇਹਦੇ ਅੰਦਰ ਉਹ ਬਿਰਤੀ ਵੀ ਸੀ ਜਿਹੜੀ ਸਾਰੀਆਂ ਬਿਰਤੀਆਂ ਨੂੰ ਦੇਖਣੇ ਵਾਲੀ ਸੀ, ਸਾਰੇ ਖਿਆਲਾਂ ਨੂੰ ਦੇਖਣੇ ਵਾਲੀ ਸੀ। ਉਹ ਤਾਂ ਚੇਤਨ ਦ੍ਰਿਸ਼ਟੀ ਸੀ, ਉਹ ਤਾਂ ਦ੍ਰਸ਼ਟਾ ਦੀ ਦ੍ਰਿਸ਼ਟੀ ਸੀ। ਤਦਾ ਦ੍ਰਸ਼ਟੂ ਸਭ ਰੂਪੇ ਅਵਸਥਾਨਮ। ਇਹ ਪਤੰਜਲ ਨੇ ਜਾ ਕੇ ਪਿੱਛੋਂ ਕਿਹਾ, ਉਹ ਤੂੰ ਸਰੂਪ ਦੇ ਵਿੱਚ ਸਥਿਤ ਹੋ ਜਾ, ਤੂੰ ਦ੍ਰਸ਼ਟਾ ਹੈ। ਜਿਹੜੀ ਹੈ ਨਾ ਦ੍ਰਿਸ਼ਟੀ ਤੇਰੀ ਨਿਤ ਸਤ ਚੇਤਨ, ਉਹਦੇ 'ਚ ਲੋਪ ਹੋ ਜਾ, ਤੂੰ ਉਹਦੇ 'ਚ ਸਥਿਤ ਹੋ ਜਾ। ਜਿਹੜੀ ਤੇਰੀ ਦ੍ਰਿਸ਼ਟੀ ਹੈ ਨਾ ਨਿਤ ਸਤ ਚਿੱਤ ਚੇਤਨ, ਉਹਦੇ 'ਚ ਲੋਪ ਹੋ ਜਾ, ਉਹਦੇ 'ਚ ਸਥਿਤ ਹੋ ਜਾ। ਤੇਰੇ ਸਾਰੇ ਦੁੱਖ ਮੁੱਕ ਜਾਣਗੇ। ਇਸ ਕਰਕੇ ਉਹ ਦ੍ਰਿਸ਼ਟੀ ਇਹਨੂੰ ਨਾ ਥਿਆਈ। ਉਹ ਦ੍ਰਸ਼ਟਾ ਦੀ ਦ੍ਰਿਸ਼ਟੀ ਉਹ ਤਾਂ ਨਹੀਂ ਇਹਨੂੰ ਲੱਭੀ। ਕਿਉਂ? ਇਹ ਬਾਹਰ ਦ੍ਰਿਸ਼ਟੀਆਂ ਤੇ ਰਿਹਾ, ਇਹ ਬਾਹਰ ਦ੍ਰਿਸ਼ਟੀਆਂ ਤੇ ਰਿਹਾ। ਜਿੰਨਾ ਚਿਰ ਬਾਹਰ ਦ੍ਰਿਸ਼ਟੀਆਂ ਨੇ ਉਹ ਇਹਦੀ ਬਿਰਤੀ ਨੂੰ ਜ਼ਰੂਰ ਖਿੱਚਣਗੀਆਂ। ਜਿੰਨਾ ਚਿਰ ਬਾਹਰ ਦ੍ਰਿਸ਼ਟੀਆਂ ਨੇ ਉਹ ਇਹਦੀ ਬਿਰਤੀ ਨੂੰ ਜ਼ਰੂਰ ਖਿੱਚਣਗੀਆਂ, ਉਹ ਮਨ ਨੂੰ ਖਿੱਚ ਕੇ ਲੈ ਜਾਣਗੀਆਂ। ਤੇ ਜਦ ਇਹ ਮਨ ਦਾ ਦ੍ਰਸ਼ਟਾ ਹੋਏਗਾ, ਜਦ ਇਹ ਮਨ ਦਾ ਦ੍ਰਸ਼ਟਾ ਹੋਏਗਾ, ਮਨ ਨੂੰ ਦੇਖਣੇ ਵਾਲਾ, ਇਹਨੂੰ ਖਿੱਚੂ ਕੌਣ? ਜਦ ਮਨ ਦਾ ਦ੍ਰਸ਼ਟਾ ਹੋਏਗਾ ਫਿਰ ਇਹਨੂੰ ਖਿੱਚੂ ਕੌਣ? ਅੱਛਾ, ਦ੍ਰਸ਼ਟਾ ਦਾ ਦ੍ਰਸ਼ਟਾ ਕੋਈ ਨਹੀਂ। ਇਹ ਨਿਯਮ ਹੈ ਕਿ ਸਾਰੇ ਗ੍ਰੰਥਾਂ ਦਾ, ਤੇਰਾ ਦ੍ਰਸ਼ਟਾ ਤੂੰ ਹੀ ਹੈ। ਚੇਤਨ ਦੇਖਣੇ ਵਾਲਾ ਤੂੰ ਹੈ।
मोई सुरत बाद अहंकार, ओहो ना मुआ जो देखण हार। पढ़ पढ़ पंडित बाद बखाण, भीतर होती वस्त ना जाने। ਉਹ ਕਹਿੰਦੇ ਗੁਰੂ ਸਾਹਿਬ ਤੈਨੂੰ ਉਹ ਆਤਮ ਵਸਤੂ ਆਤਮ ਦ੍ਰਿਸ਼ਟੀ ਥਿਆਈ ਨਹੀਂ। ਪੰਡਤ ਦਾ ਲੜਕਾ ਗੁਜ਼ਰ ਗਿਆ ਸੀ, ਉਹਨੂੰ ਸ਼ੋਕ ਸੀ। ਗੁਰੂ ਸਾਹਿਬ ਉਹਨੂੰ ਉਪਦੇਸ਼ ਕਰ ਰਹੇ ਨੇ ਕਿ ਮੋਈ ਸੁਰਤ ਬਾਦ ਅਹੰਕਾਰ, ਉਹ ਨਾ ਮੁਆ ਜੋ ਦੇਖਣ ਹਾਰ। ਪੜ ਪੜ ਪੰਡਿਤ ਬਾਦ ਵਖਾਣਾ, ਭੀਤਰ ਹੋਦੀ ਵਸਤ ਨਾ ਜਾਣ। ਬਈ ਤੈਨੂੰ ਆਤਮ ਵਸਤੂ ਥਿਆਈ ਨਹੀਂ, ਮਿਲੀ ਨਹੀਂ। ਉਹ ਪੰਡਿਤ ਗੁਰੂ ਸਾਹਿਬ ਨੂੰ ਕਹਿੰਦਾ ਫਿਰ ਤੁਸੀਂ ਨਹੀਂ ਮਰੋਗੇ। ਮੇਰੇ ਮਰੇ ਦਾ ਮੈਨੂੰ ਸੋਗ ਹੋਇਆ, ਮੇਰੇ ਬੱਚੇ ਦੇ ਮਰੇ ਦਾ, ਉਹ ਤਾਂ ਤੁਸੀਂ ਮੈਨੂੰ ਸਮਝਾ ਰਹੇ ਹੋ ਵੀ ਮਰਨ ਵਾਲੀ ਚੀਜ਼ ਨਹੀਂ ਹੈਗੀ। ਵੀ ਕਿਆ ਤੁਸੀਂ ਨਹੀਂ ਮਰੋਗੇ? ਤਾਂ ਗੁਰੂ ਸਾਹਿਬ ਕਹਿੰਦੇ, ਗੁਰੂ ਨਾਨਕ ਸਾਹਿਬ, ਬਈ ਹਾਉ ਨਾ ਮੂਆ ਮੇਰੀ ਮੂਈ ਬਲਾਏ। ਉਹ ਮੇਰੀ ਅਵਿਦਿਆ ਰੂਪੀ ਬਲਾ ਮਰ ਗਈ। ਵਿਵੇਕ ਬਿਰਤੀ ਦੁਆਰਾ ਆਪਦੇ ਸਰੂਪ ਨੂੰ ਸਮਝ ਲਿਆ, ਜਾਣ ਲਿਆ। ਮੇਰਾ ਜਨਮ ਮਰਨ ਕੈਸੇ ਹੋਏਗਾ? ਹਾਉ ਨਾ ਮੂਆ ਮੇਰੀ ਮੂਈ ਬਲਾਏ, ਉਹ ਨਾ ਮੂਆ ਜੋ ਰਹਾ ਸਮਾਏ। ਜਿਹੜਾ ਸਾਰੇ ਵਿਆਪਕ ਹੈ ਉਹ ਕਦੇ ਜਨਮ ਮਰਨ ਵਾਲਾ, ਉਹ ਕਿੱਥੇ ਜੰਮੇ ਮਰੇਗਾ? ਉਹ ਤਾਂ ਵਿਆਪਕ ਹੈ। ਦ੍ਰਸ਼ਟਾ ਤਾਂ ਵਿਆਪਕ ਹੈ, ਉਹ ਦੇਖਣੇ ਵਾਲਾ ਤਾਂ ਵਿਆਪਕ ਹੈ। ਇਸ ਕਰਕੇ ਦ੍ਰਸ਼ਟਾ ਦਾ ਦ੍ਰਸ਼ਟਾ ਵੀ ਕੋਈ ਨਹੀਂ। ਦ੍ਰਸ਼ਟਾ ਦੇਖਣੇ ਵਾਲਾ ਵਿਆਪਕ ਹੈ, ਕਿੱਥੇ ਜੰਮੇ ਮਰੇਗਾ? ਤੇ ਦ੍ਰਸ਼ਟਾ ਦਾ ਦ੍ਰਸ਼ਟਾ ਵੀ ਕੋਈ ਨਹੀਂ, ਸਾਖੀ ਦਾ ਸਾਖੀ ਵੀ ਕੋਈ ਨਹੀਂ। ਇਸ ਕਰਕੇ ਇਹਨੂੰ ਉਹ ਪਤਾ ਲੱਗ ਗਿਆ, ਪਰ ਇਹ ਕਰਮਾਂ ਦੇ ਵਿੱਚ ਫਸ ਗਿਆ ਜੀਵ, ਸਕਾਮ ਕਰਮਾਂ ਵਿੱਚ, ਤੇ ਜਨਮ ਮਰਨ ਜਾ ਪਿਆ। ਜੇ ਪਹਿਲਾਂ ਹੀ ਇਹ ਨਿਸ਼ਕਾਮ ਤੋਂ ਚੱਲਦਾ, ਇਹਦੇ ਫਸਣ ਦਾ ਮਤਲਬ ਹੀ ਕੋਈ ਨਹੀਂ ਸੀ। ਪਰ ਪਹਿਲਾਂ ਇਹ ਨਿਸ਼ਕਾਮ में ਚੱਲ ਨਹੀਂ ਸਕਿਆ। ਪਹਿਲਾਂ ਇਹ ਜੀਵ ਨਿਸ਼ਕਾਮ में ਚੱਲ ਨਹੀਂ ਸਕਿਆ। ਕਿਉਂ ਨਹੀਂ ਚੱਲ ਸਕਿਆ? ਇਹਨੂੰ ਬਹੁਤ ਚੀਜ਼ਾਂ ਦੇ ਸੰਸਕਾਰ ਥੇ, ਦੇਖਣੇ ਦੇ, ਜਾਣਨੇ ਦੇ। ਇਸ ਕਰਕੇ ਫਸ ਗਿਆ। ਇਹ ਗਿਆ ਤਾਂ ਸੀ ਹਰਾ ਘਾਹ ਚਰਨ, ਫੜ ਲਿਆ ਉੱਥੇ ਮਾਲਕ ਨੇ, ਤੇ ਹੁਣ ਕੀ ਕਰੇ? ਇਸ ਕਰਕੇ ਭੁੱਲਿਆ ਹੋਇਆ ਸੀ, ਤਾਂ ਇਹ ਭੁੱਲ ਕੇ ਮਾਇਆ 'ਚ ਉਲਝ ਗਿਆ ਤੇ ਸਕਾਮ ਕਰਮਾਂ 'ਚ ਜਾ ਪਿਆ। ਪਹਿਲੇ ਸਕਾਮ ਕਰਮਾਂ ਨੂੰ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਇਜਾਜ਼ਤ ਨਹੀਂ ਦਿੱਤੀ। ਹਠ ਯੋਗ ਦੀ ਵੀ ਕਿਤੇ ਇਜਾਜ਼ਤ ਨਹੀਂ ਦਿੱਤੀ। ਹੋਰ ਜਿਹੜੇ ਕੰਮ ਨੇ ਉਹਨਾਂ ਦੀ ਵੀ ਕਿਤੇ ਇਜਾਜ਼ਤ ਨਹੀਂ ਦਿੱਤੀ ਗੁਰੂ ਸਾਹਿਬ ਨੇ। ਬਸ ਇਹੀ ਕਿਹਾ ਕਿ ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਹੈ ਆਧਾਰ। ਬਈ ਤੂੰ ਸਿਮਰਨ ਨਾ ਬੰਦ ਕਰੀ ਉਸ ਪਰਮੇਸ਼ਰ ਦਾ। ਗੁਰੂ ਸਾਹਿਬ ਕਹਿੰਦੇ ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਹੈ ਆਧਾਰ। ਬਈ ਤੂੰ ਸਿਮਰਨ ਨਾ ਬੰਦ ਕਰੀ ਉਸ ਪਰਮੇਸ਼ਰ ਦਾ। ਸਿਮਰਨ ਦੇ ਵਿੱਚ ਜਦ ਪਰਮੇਸ਼ਰ ਦਾ ਹੀ ਸਿਮਰਨ ਹੋਊ, ਪਰਮੇਸ਼ਰ ਦਾ ਹੀ ਧਿਆਨ ਹੋਊ, ਤਾਂ ਇਹਨੂੰ ਕੋਈ ਫੜ ਨਹੀਂ ਸਕਦਾ। ਸਿਮਰਨ ਦੇ ਵਿੱਚ ਜਦ ਪਰਮੇਸ਼ਰ ਦਾ ਹੀ ਸਿਮਰਨ ਹੋਊ, ਪਰਮੇਸ਼ਰ ਦਾ ਹੀ ਧਿਆਨ ਹੋਊ, ਤਾਂ ਇਹਨੂੰ ਕੋਈ ਫੜ ਨਹੀਂ ਸਕਦਾ। ਨਾ ਹੀ ਕੋਈ ਫੜਨੇ ਵਾਲਾ ਹੈ ਇਹਨੂੰ। ਇਸ ਕਰਕੇ ਇਹ ਸਿੱਧੇ ਰਸਤੇ ਆ ਜਾਏ, ਪਰ ਇਹ ਮਾਇਆ ਦੇ ਵਿੱਚ ਉਲਝ ਗਿਆ, ਸਕਾਮ ਕਰਮਾਂ 'ਚ ਫਸਿਆ ਹੋਇਆ, ਤੇ ਫਿਰ ਇਹ ਜਨਮ ਮਰਨ ਚਲਿਆ ਗਿਆ। ਇਹਨੂੰ ਸਮਝ ਨਾ ਪਈ ਇਸ ਬਾਤ ਦੀ। ਜਸ ਹਰ ਕੋ ਬਿਸਰਾਇਓ, ਜਸ ਹਰ ਕੋ ਬਿਸਰਾਇਓ। ਕਹਿੰਦਾ ਇੱਕੋ ਹੀ ਕੰਮ ਕਰਨਾ ਸੀ, ਪਰਮੇਸ਼ਰ ਦਾ ਜਸ, ਸਿਮਰਨ ਨਾਮ ਦਾ, ਪਰ ਤੈਨੂੰ ਵਿਸਰ ਗਿਆ। ਤੂੰ ਰੱਬ ਨੂੰ ਭੁੱਲ ਗਿਆ।
ਜਿਹੜਾ ਯਾਦ ਰੱਖਣ ਵਾਲਾ ਹਰ ਵਕਤ ਤੇਰੇ ਨਾਲ ਸੀ, ਜਿਹਦੀ ਸੱਤਾ ਤੇ ਤੂੰ ਦੁਨੀਆ ਨੂੰ ਯਾਦ ਕਰਦਾ, ਉਹ ਤੈਨੂੰ ਭੁੱਲ ਗਿਆ। ਜਿਹੜਾ ਯਾਦ ਰੱਖਣ ਵਾਲਾ ਹਰ ਵਕਤ ਤੇਰੇ ਨਾਲ ਸੀ ਤੇ ਜਿਹਦੀ ਸੱਤਾ ਤੇ ਤੂੰ ਦੁਨੀਆ ਨੂੰ ਯਾਦ ਕਰਦਾ, ਉਹ ਤੈਨੂੰ ਭੁੱਲ ਗਿਆ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਉਹ ਜਿਹੜਾ ਸਭਨਾ ਜੀਆਂ ਦਾ ਇੱਕੋ ਦਾਤਾ ਹੈ, ਉਹਨੂੰ ਕਦੇ ਭੁੱਲਣਾ ਨਹੀਂ। ਗੁਰੂ ਸਾਹਿਬ ਕਹਿੰਦੇ ਤੂੰ ਉਹਨੂੰ ਭੁੱਲ ਗਿਆ, ਵਿਸਾਰ ਦਿੱਤਾ ਤੇ ਤਾਂ ਤੂੰ ਇੱਧਰ ਫਸਿਆ। ਬੋਲੋ ਸਤਨਾਮ ਸ੍ਰੀ ਵਾਹਿਗੁਰੂ।